ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਦੀਪ ਅੱਜ ਆਪਣੀ ਸੰਸਾਰਿਕ ਯਾਤਰਾ ਜਿਹੜੀ ਆ ਉਹ ਪੂਰੀ ਕਰ ਚੁੱਕੇ ਨੇ। 3:30 ਵਜੇ ਅੱਜ ਲੁਧਿਆਣਾ ਦੇ ਦੀਪ ਹਸਪਤਾਲ 'ਚ ਉਹਨਾਂ ਦੀ ਜਿਹੜੀ ਆ ਮੌਤ ਹੋਈ ਆ। ਕੱਲ ਉਹਨਾਂ ਦਾ ਕ੍ਰਿਮੀਨੇਸ਼ਨ ਕੀਤਾ ਜਾਣਾ ਵਾ। ਉਹਨਾਂ ਦੀ ਬੇਟੀ ਜਿਹੜੀ ਬਿੱਲੀ ਕੌਰ ਆ ਮੇਰੇ ਨਾਲ ਮੌਜੂਦ, ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਅੱਜ ਦੀਪ ਜੀ ਆਪਣੀ ਯਾਤਰਾ ਜਿਹੜੀ ਆ ਪੂਰੀ ਕਰ ਚੁੱਕੇ ਨੇ। ਪਰਿਵਾਰ ਨੂੰ ਵੀ ਜਿਹੜਾ ਵਾ ਇਹ ਘਾਟਾ ਜਿਹੜਾ ਪੂਰਾ ਨਹੀਂ ਹੋ ਸਕਦਾ, ਮਿਊਜ਼ਿਕ ਇੰਡਸਟਰੀ ਨੂੰ ਘਾਟਾ ਪੂਰਾ ਨਹੀਂ ਹੋ ਸਕਦਾ। ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅੱਜ ਜਿਹੜੀ ਡੈਥ ਹੋਈ ਆ, ਕੀ ਕਾਰਨ ਜਿਹੜੇ ਉਹਨਾਂ ਦੀ ਡੈਥ ਦੇ ਨੇ? ਡੈਡੀ ਐਕਚੁਅਲੀ ਰਿਕਵਰੀ ਮੋਡ ਦੇ ਸੀਗੇ। ਮੇਰੇ ਹਿਸਾਬ ਦੇ ਨਾਲ ਔਰ ਡੈਡੀ ਦੇ ਹਿਸਾਬ ਦੇ ਨਾਲ, ਡਾਕਟਰਸ ਦੇ ਹਿਸਾਬ ਦੇ ਨਾਲ ਡੈਡੀ ਰਿਕਵਰੀ ਕਰ ਰਹੇ ਸੀਗੇ, ਵਿਚ ਇਜ਼ ਟਰੂ। ਰੈਗੂਲਰ ਚੈੱਕਅਪ ਕਰਾਉਣ ਲਈ ਜਦੋਂ ਅਸੀਂ ਹਸਪੀਟਲ ਲੈ ਕੇ ਗਏ ਡੈਡੀ ਨੂੰ, ਸਾਰੇ ਪੈਰਾਮੀਟਰਸ, ਡੈਡੀ ਦੇ ਰਿਪੋਰਟਸ ਵਗੈਰਾ, ਜਦੋਂ ਉਸ ਚੀਜ਼ ਦਾ ਰੈਗੂਲਰ ਚੈੱਕਅਪ ਲਈ ਵਿੱਚ ਡੈਡੀ ਨੂੰ ਐਡਮਿਟ ਕੀਤਾ ਗਿਆ, ਉਹਦੇ ਵਿੱਚ ਡੈਡੀ ਦੀ ਕਾਰਬਨ ਡਾਈਆਕਸਾਈਡ ਲੈਵਲ ਹਾਈ ਹੋ ਗਿਆ, ਜਿਹਦੇ ਕਰਕੇ ਡੈਡੀ ਨੂੰ ਅਚਾਨਕ ਵੈਂਟੀਲੇਟਰ 'ਤੇ ਜਾਣਾ ਪਿਆ। ਉਸ ਕਰਕੇ ਉਹਨਾਂ ਨੂੰ ਉਸ ਚੀਜ਼ ਦਾ ਜਿਹੜਾ ਉਹ ਅਟੈਕ ਜਿਹੜਾ ਡੈਡੀ ਨੂੰ ਲੱਗਿਆ, ਉਸ ਅਟੈਕ ਕਰਕੇ ਡੈਡੀ ਦੀ ਕਿਡਨੀ ਨੂੰ ਇਫੈਕਟ ਹੋ ਗਿਆ। ਸ਼ਾਇਦ ਕਿਡਨੀ ਵਾਜ਼ ਗॉट ਅਫੈਕਟਡ ਬਿਕਾਜ਼ ਆਫ ਦੈਟ। ਉਸ ਚੀਜ਼ ਨੂੰ ਲੈ ਕੇ ਡੈਡੀ ਫਾਈਟ ਨਹੀਂ ਕਰ ਸਕੇ। ਮਾਰਚ ਦੇ ਮਹੀਨੇ 'ਚ ਉਹ ਘਰ ਦੇ ਵਿੱਚ ਜਦੋਂ ਡਿੱਗ ਜਾਂਦੇ ਨੇ, ਉਹਨਾਂ ਦੇ ਸੱਟਾਂ ਵਗੈਰਾ ਲੱਗਦੀਆਂ, ਉਸ ਤੋਂ ਬਾਅਦ ਲਗਾਤਾਰ ਕੰਟੀਨਿਊ ਬਿਮਾਰ ਚੱਲ ਰਹੇ ਸੀਗੇ। ਤੁਸੀਂ ਵੀ ਵਿਦੇਸ਼ ਤੋਂ ਉਹਨਾਂ ਦਾ ਖਾਸ ਧਿਆਨ ਰੱਖਣ ਲਈ ਇੱਥੇ ਜਦੋਂ ਆਏ ਸੀਗੇ, ਤਾਂ ਪਾਪਾ ਕੀ ਕਹਿੰਦੇ ਸੀਗੇ? ਕਿ ਜਦੋਂ ਬਿਮਾਰ ਚੱਲ ਰਹੇ ਸੀ ਕੀ ਕਹਿੰਦੇ ਸੀ ਖਾਸ? ਕੁਛ ਨਹੀਂ, ਬਸ ਉਹਨਾਂ ਨੂੰ ਇਹੀ ਸੀਗਾ ਕਿ ਵੀ ਉਹ ਠੀਕ ਹੋ ਜਾਣਗੇ। ਕਦੇ ਇਮੋਸ਼ਨਲ ਨਹੀਂ ਹੋਏ, ਨਾ ਹੀ ਉਹਨਾਂ ਨੂੰ ਕਦੇ ਡਰ ਲੱਗਿਆ, ਨਾ ਹੀ ਉਹਨਾਂ ਨੇ ਕਦੇ ਇਹ ਫੀਲ ਕੀਤਾ ਕਿ ਸ਼ਾਇਦ ਉਹਨਾਂ ਦੀ ਜਾਣ ਦਾ ਟਾਈਮ ਆ ਗਿਆ। ਕਿਸੇ ਨੂੰ ਵੀ ਨਹੀਂ ਸੀਗਾ, ਮੈਨੂੰ ਵੀ ਨਹੀਂ ਸੀ। ਮੈਂ ਇੱਥੇ 8 ਤੋਂ 9 ਮਹੀਨੇ ਹੋ ਗਏ, ਵਾਪਸ ਜਾਣ ਦਾ ਸੋਚਿਆ ਵੀ ਨਹੀਂ ਜਦ ਤੱਕ ਡੈਡੀ ਕੰਪਲੀਟਲੀ ਰਿਕਵਰ ਨਹੀਂ ਹੋ ਜਾਂਦੇ ਤੇ। ਐਂਡ ਆਈ ਵਾਜ਼ ਵੈਰੀ ਪੋਜ਼ਿਟਿਵ, ਵੈਰੀ ਵੈਰੀ ਪੋਜ਼ਿਟਿਵ ਡੈਡੀ ਠੀਕ ਹੋ ਜਾਣਗੇ। ਔਰ ਡੈਡੀ ਠੀਕ ਹੋ ਵੀ ਰਹੇ ਸੀਗੇ। ਡੈਡੀ ਦਾ ਅਚਾਨਕ ਇੱਦਾਂ ਜਾਣਾ ਮੇਰੇ ਲਈ ਬਹੁਤ ਵੱਡਾ ਧੱਕਾ ਹੈ, ਮੇਰੇ ਲਈ ਬਹੁਤ ਵੱਡੀ ਸਟਰਗਲ ਹੈ। ਮੈਂ ਇਸ ਚੀਜ਼ ਤੋਂ, ਮੈਨੂੰ ਨਹੀਂ ਸਮਝ ਆ ਰਿਹਾ ਕਿ ਵੀ ਮੈਂ ਆਪਣੇ ਆਪ ਨੂੰ ਇਸ ਚੀਜ਼ 'ਚੋਂ ਕਿੱਦਾਂ ਕੱਢਾਂ। ਇਹ ਸੋਚ ਕੇ ਵੀ ਅਚਾਨਕ ਡੈਡੀ ਹੁਣ ਰਹੇ ਨਹੀਂ, ਹੀ ਇਜ਼ ਨੋ ਮੋਰ। ਔਰ ਡੈਡੀ ਆਉਣ ਵਾਲੇ ਸਾਰੇ ਪ੍ਰੋਗਰਾਮਸ ਨੂੰ ਲੈ ਕੇ ਆਪਣੀ ਐਲਬਮ ਜਿਹੜੀ ਨਵੀਂ ਰਿਲੀਜ਼ ਕਰ ਰਹੇ, ਉਹਨੂੰ ਲੈ ਕੇ ਡੈਡੀ ਆਪਣਾ ਸਾਰਾ ਪਲਾਨ ਕਰ ਰਹੇ ਹੈ। ਔਰ ਅਚਾਨਕ ਉਹ ਹੈ ਨਹੀਂ ਹੁਣ। ਇਟ ਇਜ਼ ਲਾਈਕ ਇੰਪੋਸੀਬਲ ਟੂ ਬਿਲੀਵ ਕਿ ਡੈਡੀ ਹੁਣ ਹੈ ਨਹੀਂ ਗੇ। ਲਾਸਟ ਵਕਤ ਜਦੋਂ ਹਾਦਸਾ ਹੋਇਆ, ਤੁਹਾਨੂੰ ਕਿਸ ਤਰ੍ਹਾਂ ਕੋਲ ਗਈ? ਜਦੋਂ ਤੁਸੀਂ ਵਿਦੇਸ਼ 'ਚ ਸੀਗੇ, ਕਿਸ ਤਰ੍ਹਾਂ ਕੋਲ ਗਈ? ਉਸ ਤੋਂ ਬਾਅਦ ਤੁਸੀਂ ਤੁਰੰਤ ਆਉਂਦੇ ਹੋ, ਕੀ ਦੇਖਦੇ ਹੋ ਆ ਕੇ? ਲਾਸਟ ਟਾਈਮ ਮਾਰਚ ਵਿੱਚ ਜੋ ਡੈਡੀ ਦਾ ਆਪਰੇਸ਼ਨ ਹੋਣਾ ਸੀਗਾ, ਇਟ ਵਾਜ਼ ਅ ਹੈਡ ਇੰਜਰੀ। ਅੰਡਰ ਇੰਟਰਨਲ ਬਲੀਡਿੰਗ ਹੋਣ ਕਰਕੇ ਡੈਡੀ ਦੇ ਬਲੱਡ ਕਲੌਟ ਹੋ ਗਿਆ ਸੀ। ਉਹ ਮੈਂ ਪਹਿਲਾਂ ਵੀ ਕਾਫੀ ਇੰਟਰਵਿਊਜ਼ 'ਚ ਜ਼ਿਕਰ ਕੀਤਾ ਸੀ। ਇੰਟਰਨਲ ਬਲੀਡਿੰਗ ਹੋਣ ਕਰਕੇ ਡਾਕਟਰ DMC ਤੋਂ ਉਹਨਾਂ ਨੇ ਮੈਨੂੰ ਐਮਰਜੈਂਸੀ 'ਚ ਇੱਥੇ ਕਾਲ ਕੀਤੀ ਕੈਨੇਡਾ ਤੋਂ ਮੈਂ ਆ ਗਈ। ਆਪਰੇਸ਼ਨ ਵੀ ਹੋ ਗਏ, 2 ਆਪਰੇਸ਼ਨ ਸਕਸੈਸਫੁਲ ਹੋ ਗਏ। ਔਰ 3rd ਆਪਰੇਸ਼ਨ ਡੈਡੀ ਦਾ ਸੀਗਾ, ਟਿਊਮਰ ਡਿਵੈਲਪ ਹੋ ਰਿਹਾ ਸੀਗਾ। ਉਹ ਡੈਡੀ ਨੂੰ ਕਾਫੀ ਬੋਦਰ ਕਰਨ ਲੱਗਿਆ ਸੀ। that was a mass tumor, it was not a benign tumor is that is leakable, ਜਿਹੜਾ ਲੀਕ ਹੋ ਜਾਵੇ ਜਾਂ ਅੰਦਰੋਂ ਦੀ ਫਟਣਾ ਸ਼ੁਰੂ ਹੋ ਜਾਵੇ, ਉਹ ਨਹੀਂ ਸੀਗਾ। but the mass tumor was attached to his kidney। ਜਦੋਂ ਉਹਨਾਂ ਨੇ ਆਪਰੇਟ ਕਰਕੇ ਟਿਊਮਰ ਨੂੰ ਕੱਢਿਆ, ਨਾਲ ਹੀ ਉਹਨਾਂ ਦੀ ਇੱਕ ਕਿਡਨੀ ਵੀ ਕੱਢਣੀ ਪਈ। ਸੋ ਨਾਓ ਬੋਡੀ ਇੱਕ ਕਿਡਨੀ 'ਤੇ ਸਰਵਾਈਵ ਕਰ ਰਹੀ ਹੈ। ਜਦੋਂ ਅਸੀਂ ਹੁਣ ਲੇਟੈਸਟ ਡੈਡੀ ਨੂੰ ਰੈਗੂਲਰ ਚੈੱਕਅਪਸ ਲਈ ਲੈ ਕੇ ਆਏ, ਉਸ ਦੌਰਾਨ ਡੈਡੀ ਦੀ ਕਿਡਨੀ ਇਫੈਕਟਡ, ਇਟ ਗੋਟ ਇਨਫੈਕਟਡ। ਔਰ ਉਹ ਉਸ ਕਰਕੇ ਸ਼ਾਇਦ ਜਿਹੜਾ ਕੈਂਸਰ ਆਪਰੇਟ ਕੀਤਾ, ਉਹ ਬੋਡੀ 'ਚ ਫੈਲਣਾ ਸ਼ੁਰੂ ਹੋ ਗਿਆ। ਐਂਡ ਡਿਊ ਟੂ ਦੈਟ ਡੈਡੀ ਦੇ ਸਾਰੇ ਹੋਰ ਔਰਗਨਸ ਨੇ ਉਹ ਇਫੈਕਟਡ ਹੋਣੇ ਸ਼ੁਰੂ ਹੋ ਗਏ, ਜਿਸ ਕਰਕੇ ਇਹਨਾਂ ਨੇ ਡਾਕਟਰਸ ਨੇ ਡਿਕਲੇਅਰ ਕੀਤਾ ਕਿ ਵੀ ਹੀ ਮੇ ਨਾਟ ਸਰਵਾਈਵ। ਪਰ ਫਿਰ ਵੀ ਡੈਡੀ ਉਸ ਤੋਂ ਬਾਅਦ 1 ਮਹੀਨਾ 1 ਦਿਨ ਡੈਡੀ ਹੁਣ ਤੱਕ ਆਪਣਾ ਫਾਈਟ ਹੀ ਕਰ ਰਹੇ ਸੀਗੇ ਇਸ ਬਿਮਾਰੀ ਨੂੰ ਲੈ ਕੇ। ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ, ਘਰੇ ਵੀ ਉਹ ਆ ਗਏ ਸੀਗੇ, ਘਰੇ ਵੀ ਤੁਸੀਂ ਪੂਰੇ ਇੰਤਜ਼ਾਮ ਜਿਹੜੇ ਕੀਤੇ ਸੀ, ਬੈੱਡ ਵੀ ਲਗਾਇਆ ਸੀ ਉਹਨਾਂ ਵਾਸਤੇ, ਸਪੈਸ਼ਲ ਵੈਂਟੀਲੇਟਰ ਵਗੈਰਾ ਘਰੇ ਰੱਖੇ ਸੀਗੇ। ਉਸ ਤੋਂ ਬਾਅਦ ਕਦੋਂ ਹਸਪੀਟਲ ਜਾਂਦੇ ਨੇ, ਅਤੇ ਅੱਜ ਜਦੋਂ ਡੈਥ ਹੁੰਦੀ ਹੈ ਅਤੇ ਕਿੰਨੇ ਕੁ ਵਜੇ ਡੈਥ ਹੋ ਜਾਂਦੀ ਹੈ, ਹਸਪੀਟਲ ਕਦੋਂ ਲੈ ਕੇ ਜਾਂਦੇ ਹੋ ਤੁਸੀਂ ਉਸ ਤੋਂ ਬਾਅਦ? ਸਾਰਾ ਅਰੇਂਜਮੈਂਟ ਡੈਡੀ ਦਾ, ਹਸਪੀਟਲ ਦਾ ਸਾਰਾ, ਘਰ ਵਿੱਚ ਨਰਸਿੰਗ ਸਟਾਫ ਤੋਂ ਲੈ ਕੇ ਹਸਪੀਟਲ ਬੈੱਡ ਤੁਸੀਂ ਦੇਖ ਹੀ ਚੁੱਕੇ ਹੋ, ਤਾਂ ਉਹ ਸਾਰਾ ਅਰੇਂਜਮੈਂਟ ਘਰੇ ਕੀਤਾ ਹੋਇਆ ਸੀ। ਡੈਡੀ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਹੀ ਵਾਜ਼ ਹੈਵਿੰਗ ਅ ਵੈਰੀ ਕੰਫਰਟੇਬਲ ਰਿਕਵਰੀ ਮੋਡ 'ਤੇ ਸੀਗੇ ਆਪਣੇ। ਪਰ ਅਚਾਨਕ ਤਬੀਅਤ ਹੋਣ ਖਰਾਬ ਕਰਕੇ ਇਹ ਸਾਰਾ ਚੈਪਟਰ ਹੀ ਡੈਡੀ ਨੇ ਅਚਾਨਕ ਹੀ ਬਦਲ ਕੇ ਦਿੱਤਾ, ਕਲੋਜ਼ ਹੀ ਕਰਤਾ। ਅਤੇ ਉਸ ਚੀਜ਼ ਨੂੰ ਲੈ ਕੇ ਕਾਫੀ ਧੱਕਾ ਵੱਜਿਆ ਸਾਰੇ ਸੰਸਾਰ ਨੂੰ।
ਖਾਸ ਕਰ ਮੈਨੂੰ, ਜਿਹੜਾ ਮੈਂ ਇਸ ਉਮੀਦ ਨਾਲ ਇੱਥੇ ਆਈ ਸੀਗੀ ਕਿ ਵੀ ਡੈਡੀ ਠੀਕ ਹੋ ਜਾਣਗੇ, ਔਰ ਠੀਕ ਵੀ ਹੋ ਰਹੇ ਸੀਗੇ। ਹੀ ਵਾਸ ਵੈਰੀ ਪੋਜ਼ਿਟਿਵ ਅਬਾਊਟ ਹਿਜ਼ ਹੈਲਥ ਕਿ ਵੀ ਮੈਂ ਠੀਕ ਹੋ ਜਾਣਾ। ਉਹ ਤਾਂ ਵੱਡੇ ਵੱਡੇ ਪਲਾਨ ਕਰ ਰਹੇ ਸੀ ਮੇਰੇ ਨਾਲ, ਪਰ ਆ ਹੋ ਗਿਆ। ਅੱਜ 3:30 ਵਜੇ ਮੈਨੂੰ ਹਸਪੀਟਲ ਤੋਂ ਨਿਊਜ਼ ਆਈ ਕਿ ਡੈਡੀ ਪੂਰੇ ਹੋ ਗਏ, ਔਰ ਇਹ ਬਹੁਤ ਵੱਡਾ ਮੇਰੇ ਲਈ ਸਦਮਾ ਸੀਗਾ, ਔਰ ਬਹੁਤ ਵੱਡਾ ਮੇਰੇ ਲਈ ਇਹ ਝਟਕਾ। ਮੈਂ ਇਸ ਝਟਕੇ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਹੁਣ ਤੱਕ। ਔਰ ਮੇਰੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਡੈਡੀ ਇੰਨੀ ਛੇਤੀ ਕਿਉਂ ਚਲੇ ਗਏ, ਕਿਉਂ ਡੈਡੀ ਨੇ ਇੰਨੀ ਛੇਤੀ ਹਾਰ ਮੰਨ ਲਈ, ਕਿਉਂ ਨਹੀਂ ਹੋਰ ਫਾਈਟ ਕੀਤਾ ਡੈਡੀ ਨੇ। 8 ਤੋਂ 9 ਮਹੀਨੇ ਤੁਸੀਂ ਕੋਲ ਰਹੇ ਹੋ ਪਾਪਾ ਦੇ, ਤੇ ਕੀ ਗੱਲਾਂ ਕਰਦੇ ਹੁੰਦੇ ਸੀ? ਜਿਵੇਂ ਕਿ ਤੁਸੀਂ ਦੱਸਿਆ ਕਿ ਇੱਕ ਐਲਬਮ ਵੀ ਉਹਨਾਂ ਨੇ ਆਪਣੀ ਜਿਹੜੀ ਪੂਰੀ ਕਰਨੀ ਸੀਗੀ ਐਲਬਮ ਨੂੰ, ਸੋ ਉਸ ਐਲਬਮ ਨੂੰ ਹੁਣ ਤੁਸੀਂ ਅੱਗੇ ਕੰਟੀਨਿਊ ਚਲਾਓਗੇ, ਕਿੱਦਾਂ ਕਰੋਗੇ? ਹਾਂ, ਕਾਫੀ ਡੈਡੀ ਨੇ ਮੇਰੇ ਨਾਲ ਇਸ ਚੀਜ਼ਾਂ ਨੂੰ ਪਲਾਨ ਤਾਂ ਹਰ ਚੀਜ਼ ਦਾ ਕਰਦੇ ਸੀ। ਸ਼ੋਅ ਬਿਜ਼ਨਸ ਨੂੰ ਲੈ ਕੇ, ਹਰ ਚੀਜ਼ ਨੂੰ ਲੈ ਕੇ ਉਹ ਪਲਾਨ ਕਰਦੇ ਸੀ। ਇਸ ਐਲਬਮ ਨੂੰ ਲੈ ਕੇ ਡੈਡੀ ਨੇ ਸੋਚਿਆ ਨਹੀਂ ਸੀਗਾ ਕਿ ਵੀ ਮੈਨੂੰ ਕੰਪਲੀਟ ਕਰਨੀ ਪਊਗੀ। ਉਹ ਖੁਦ ਹੀ ਇਸ ਚੀਜ਼ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਬਹੁਤ ਹੈਵੀ ਸੀਗੇ ਕਿ ਵੀ ਮੈਂ ਇਹ ਕਰਨੀ ਹੈ ਕੰਪਲੀਟ ਵੀਡੀਓ। ਔਰ ਕਿਸ ਐਲਬਮ, ਤਰ੍ਹਾਂ ਦੀ ਐਲਬਮ ਸੀ, ਕੀ ਕਿਸ ਤਰ੍ਹਾਂ ਪੂਰੀ ਕਰੋਗੇ ਹੁਣ, ਕਿਸ ਤਰ੍ਹਾਂ ਦੀ ਐਲਬਮ ਸੀਗੀ ਇਹ? ਖੈਰ 2 ਐਲਬਮਸ ਨੇ। ਇੱਕ ਤਾਂ ਸ਼ਿਵ ਕੁਮਾਰ ਬਟਾਲਵੀ ਦੀ ਡੈਡੀ ਨੇ ਨਿਊ ਵਰਜ਼ਨ ਕੱਢਣਾ ਸੀਗਾ, ਦੂਜਾ ਮੁਹੰਮਦ ਰਫੀ ਦੇ ਡੈਡੀ ਕਾਫੀ ਫੈਨ ਰਹੇ ਨੇ, ਔਰ ਪਰਸਨਲ ਵੀ ਕਨੈਕਸ਼ਨ ਸੀਗੇ ਉਹਨਾਂ ਦੇ, ਤਾਂ ਉਹਨਾਂ ਦੇ ਵੀ ਗਾਣੇ ਕਹਿੰਦੇ ਵੀ ਮੈਂ ਉਹ ਰਿਕਾਰਡ ਕਰੂੰਗਾ। ਉਹ ਵੀ ਸਾਰੇ ਰਿਕਾਰਡ ਹੋ ਗਏ, ਸਾਰੇ ਵੋਕਲ ਸਾਰੇ ਚਲੇ ਗਏ। ਉਹਨਾਂ ਦੀ ਐਡੀਟਿੰਗ ਵਗੈਰਾ ਬਸ ਉਹ ਹੋ ਰਹੀ ਸੀਗੀ। ਡੈਡੀ ਇਸ ਵਿੱਚ ਬਿਮਾਰ ਹੋਣ ਕਰਕੇ ਉਹ ਵਿੱਚ ਰਹਿ ਗਿਆ। ਹੁਣ ਮੈਂ ਹੀ ਕੋਸ਼ਿਸ਼ ਕਰੂੰਗੀ ਕਿ ਵੀ ਮੈਂ ਉਹਨੂੰ ਕੰਪਲੀਟ ਕਰਾਂ। ਇੰਡਸਟਰੀ ਵੱਲੋਂ ਕੋਈ ਕੋਲ ਆ ਰਹੀ ਹੈ ਕਿ ਹੁਣ ਪਾਪਾ ਨਹੀਂ ਰਹੇ ਹੈਗੇ ਨੇ? ਇੰਡਸਟਰੀ ਵੱਲੋਂ ਕੋਈ ਕੋਲ ਆ ਰਹੀ ਹੈ, ਕੋਈ ਸਰਕਾਰ ਵੱਲੋਂ ਕੋਈ ਕੋਲ? ਸਾਰਿਆਂ ਵੱਲੋਂ ਕਾਲ ਆ ਰਹੀ ਹੈ, ਇੱਦਾਂ ਦੀ ਗੱਲ ਨਹੀਂ ਹੈ, ਮੈਨੂੰ ਉਹਦੀ ਕੋਈ ਸ਼ਿਕਾਇਤ ਨਹੀਂ। ਸਾਰੇ ਬਹੁਤ ਪਿਆਰ ਸਤਿਕਾਰ, ਬਹੁਤ ਰਿਸਪੈਕਟ ਨਾਲ ਸਾਰੇ ਕਰ ਰਹੇ ਨੇ, ਲੀਡਰਸ ਤੋਂ ਲੈ ਕੇ ਸਿੰਗਰ, ਐਕਟਰਸ, ਪੰਜਾਬੀ ਇੰਡਸਟਰੀ ਨੂੰ ਲਿੰਕ ਕਰਨ ਵਾਲੇ ਜਿੰਨੇ ਵੀ, ਪੁਲਿਸ ਡਿਪਾਰਟਮੈਂਟ, ਐਨੀਥਿੰਗ, ਕਿਸੇ ਨੂੰ ਵੀ ਤੁਸੀਂ ਕਹਿ ਦਿਓ, ਸਾਰੇ ਨਾਲ ਨੇ। ਸਾਰੇ ਬਹੁਤ ਪਿਆਰ ਦਿਖਾ ਰਹੇ, ਬਹੁਤ ਇੱਜ਼ਤ, ਬਹੁਤ ਭਰਪੂਰ, ਬਹੁਤ ਇੱਥੋਂ ਤੱਕ ਕਿ ਵੀ ਉਹ ਵਿਚਾਰੇ ਦੇ ਆਲ ਆਰ ਵੈਰੀ ਸੈਂਸਿਟਿਵ ਟੂਵਰਡਸ ਡੈਡ। ਉਹਨਾਂ ਨੂੰ ਜਿੰਨਾ ਅਫਸੋਸ ਹੋਇਆ, ਜਿੰਨਾ ਝਟਕਾ ਲੱਗਿਆ, ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਹੈ ਕਿ ਵੀ ਉਹ ਆਪਣੀ ਖੁਸ਼ੀ ਉਹ ਦਿਖਾ ਰਹੇ ਨੇ ਕਿ ਵੀ ਉਹਨਾਂ ਨੂੰ ਇਸ ਜਿਹੜਾ ਝਟਕਾ ਸਿਰਫ ਮੈਨੂੰ ਇਕੱਲੀ ਨੂੰ ਨਹੀਂ ਲੱਗਿਆ, ਉਹਨਾਂ ਸਾਰਿਆਂ ਨੂੰ ਵੀ ਉਨਾ ਹੀ ਲੱਗਿਆ। ਕੀ ਕਹਿਣਾ ਚਾਹੋਗੇ? ਬਹੁਤ ਵੱਡੀ ਇੰਡਸਟਰੀ ਨੂੰ ਦੇਣ ਹੈਗੀ ਆ। ਪਿੱਛੇ ਅਸੀਂ ਫੋਟੋਆਂ ਦੇ ਸਕਦੇ ਹਾਂ, ਬਹੁਤ ਵੱਡੇ ਕਲਾਕਾਰਾਂ ਨਾਲ, ਬਾਲੀਵੁੱਡ ਸਟਾਰ ਨਾਲ ਉਹਨਾਂ ਨੇ ਕੰਮ ਕੀਤਾ ਵਾ। ਸਰਕਾਰ ਤੋਂ ਕਿਸੇ ਤਰ੍ਹਾਂ ਦੀ ਕੋਈ ਡਿਮਾਂਡ ਕਰਦੇ ਹੋ ਤੁਸੀਂ? ਸਰਕਾਰ ਵੱਲੋਂ ਮੈਂ ਪਹਿਲਾਂ ਵੀ ਕਾਫੀ ਆਪਣੀ ਕਲਿੱਪਸ 'ਚ, ਆਪਣੇ ਇੰਟਰਵਿਊਜ਼ 'ਚ ਕਹਿ ਚੁੱਕੀ ਹਾਂ, ਮੈਨੂੰ ਕੋਈ ਡਿਮਾਂਡ ਐਜ਼ ਸੱਚ, ਕੋਈ ਇਹਨਾਂ ਦੀ ਡਿਮਾਂਡ ਇੱਦਾਂ ਦੀ ਹੈ ਨਹੀਂ। ਰੱਬ ਦਾ ਦਿੱਤਾ ਹੋਇਆ ਮੇਰੇ ਕੋਲ ਸਾਰਾ ਕੁਛ ਹੈ, ਡੈਡੀ ਦਾ ਦਿੱਤਾ ਹੋਇਆ ਸਭ ਕੁਛ ਹੈ। ਬਟ ਇਹ ਸੀਗਾ ਕਿ ਵੀ ਡੈਡੀ ਨੂੰ ਪਦਮ ਸ਼੍ਰੀ ਅਵਾਰਡ ਮਿਲੇ। ਉਹ ਮੇਰੀ ਹੁਣ ਵੀ ਉਹੀ ਡਿਮਾਂਡ ਹੈ, ਡੈਡੀ ਨੂੰ ਪਦਮ ਸ਼੍ਰੀ ਅਵਾਰਡ ਮਿਲਣਾ ਚਾਹੀਦਾ। ਪੰਜਾਬ ਸਰਕਾਰ ਵੱਲੋਂ ਵੀ ਉਹਨਾਂ ਨੂੰ ਸਪੈਸ਼ਲ ਇੱਕ ਅਵਾਰਡ ਦਿੱਤਾ ਗਿਆ ਸੀਗਾ, ਉਹ 'ਤੇ ਵੀ ਤੁਸੀਂ ਪਿਛਲੀ ਵਾਰੀ ਇੰਟਰਵਿਊ 'ਚ ਗਿਆ ਸੀਗਾ, ਜੋ ਅਵਾਰਡ ਦਿੱਤਾ ਗਿਆ ਉਹ ਜਿਹੜਾ ਵਾ ਅਵਾਰਡ ਅਧੂਰਾ ਹੈਗਾ ਵਾ। ਬਿਲਕੁਲ, ਉਹ ਅਵਾਰਡ ਅਧੂਰਾ ਹੀ ਰਹਿ ਗਿਆ। ਵੈਸੇ ਉਹਨਾਂ ਨੇ, ਉਹਦਾ ਮੈਨੂੰ ਕੋਈ ਸਿਸਟਮ ਸਮਝ ਨਹੀਂ ਆਇਆ। ਬਸ ਉਹ ਦਿੱਤਾ ਸੀਗਾ, ਸਟੇਟ ਅਵਾਰਡ ਸੀਗਾ ਬਾਈ ਪੰਜਾਬ ਗਵਰਨਮੈਂਟ। ਉਹਦੇ ਬੈਨੀਫਿਟਸ ਨੂੰ ਮੈਂ ਲੈ ਕੇ ਜ਼ਰੂਰ ਕਹਿ ਰਹੀ ਸੀਗੀ ਕਿ ਉਹਦੇ ਬੈਨੀਫਿਟਸ ਕੀ ਨੇ, ਡੈਡੀ ਨੂੰ ਬੈਨੀਫਿਟ ਸਾਰੇ ਮਿਲਣੇ ਚਾਹੀਦੇ ਸੀਗੇ। ਹੁਣ ਉਹਦੇ ਬੈਨੀਫਿਟਸ ਕੀ ਨੇ, ਕੁਛ ਨਹੀਂ ਮੈਨੂੰ ਇਸ ਚੀਜ਼ ਦਾ ਪਤਾ, ਅੱਜ ਤੱਕ ਨਹੀਂ ਲੱਗਿਆ। ਸੋ ਆਈ ਡੋਂਟ ਨੋ ਪਦਮ ਸ਼੍ਰੀ ਦੇ ਅਵਾਰਡ ਦੇ ਵੀ ਕੀ ਬੈਨੀਫਿਟ ਨੇ, ਮਗਰ ਫਿਰ ਵੀ ਉਹ ਇੱਕ ਨੋਬਲ ਅਵਾਰਡ ਹੈ। ਉਹ ਇੱਕ ਸ਼ਖਸੀਅਤ ਨੂੰ ਮਿਲਣਾ ਚਾਹੀਦਾ, ਡੈਡੀ ਵਰਗੇ ਪਰਸਨੈਲਿਟੀ ਨੂੰ ਮਿਲਣਾ ਚਾਹੀਦਾ, ਉਹ ਡਿਜ਼ਰਵ ਕਰਦੇ ਆ। ਜੇ ਉਹਨਾਂ ਦੀ ਜਿੰਦੇ ਜੀ ਮਿਲ ਜਾਂਦਾ, ਉਹ ਉਹਨਾਂ ਲਈ ਉਹਨਾਂ ਨੇ ਭਰਪੂਰ ਹੋ ਜਾਣਾ ਸੀਗਾ। ਹੁਣ ਮੈਂ ਕੋਸ਼ਿਸ਼ ਕਰੂੰਗੀ ਕਿ ਉਹਨਾਂ ਦੇ ਬਾਅਦ ਵਿੱਚ ਵੀ ਉਹਨਾਂ ਨੂੰ ਇਹ ਅਵਾਰਡ ਮਿਲੇ। ਕੱਲ੍ਹ ਦਾ ਥੋੜ੍ਹਾ ਪ੍ਰੋਗਰਾਮ ਦੱਸ ਦਿਓ, ਕੀ ਰੱਖਿਆ ਗਿਆ ਕੱਲ੍ਹ? ਕ੍ਰਿਮੀਨੇਸ਼ਨ ਕਿੰਨੇ ਵਜੇ ਹੈਗਾ, ਕਿਹੜੀ ਜਗ੍ਹਾ ਹੋਵੇਗਾ? ਕੱਲ੍ਹ 2 ਵਜੇ ਹੈਗੀ ਹੈ ਮਾਡਲ ਟਾਊਨ ਐਕਸਟੈਂਸ਼ਨ 'ਚ ਫਿਊਨਰਲ, ਉੱਥੇ ਹੀ ਹੋ ਰਿਹਾ। ਜਿੰਨੇ ਵੀ ਸਾਰੇ ਲੀਡਰਸ, ਸਿੰਗਰਸ, ਪੁਲਿਸ ਡਿਪਾਰਟਮੈਂਟ ਨੂੰ ਲੈ ਕੇ, ਜਿੱਥੇ ਤੱਕ ਡੈਡੀ ਦੀ ਆਪਣਾ ਪਿਆਰ ਫੈਲਿਆ ਹੋਇਆ ਸੀ, ਸਾਰੇ ਉੱਥੇ ਹਾਜ਼ਰ ਹੋ ਰਹੇ ਆ। ਸੋ ਇਹ ਸਨ ਉਹਨਾਂ ਦੀ ਬੇਟੀ ਬਿੱਲੀ ਕੌਰ ਜੀ, ਜਿਨ੍ਹਾਂ ਨੇ ਦੱਸਿਆ ਕਿ ਅੱਜ ਜਿਹੜੀ 3:30 ਵਜੇ ਉਹਨਾਂ ਦੀ ਜਿਹੜੀ ਡੈਥ ਹੋਈ ਆ। ਕੱਲ੍ਹ ਜਿਹੜਾ ਵਾ ਕ੍ਰਿਮੀਨੇਸ਼ਨ ਜਿਹੜਾ ਵਾ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ ਜਿਹੜਾ 2 ਵਜੇ ਰੱਖਿਆ ਜਾਵੇਗਾ। ਸੋ ਸਰਕਾਰ ਤੋਂ ਵੀ ਉਹਨਾਂ ਨੇ ਇੱਕ ਮੰਗ ਕੀਤੀ ਹੈ ਕਿ ਜੋ ਸਰਕਾਰ ਵੱਲੋਂ ਅਵਾਰਡ ਦਿੱਤਾ ਗਿਆ ਉਸ ਨੂੰ ਜਿਹੜਾ ਵਾ ਪੂਰਾ ਕੀਤਾ ਜਾਵੇ, ਅਤੇ ਪਦਮ ਸ਼੍ਰੀ ਦੀ ਜਿਹੜੀ ਆ ਸਰਕਾਰ ਵੱਲੋਂ ਜਿਹੜੀ ਬਿੱਲੀ ਕੌਰ ਵੱਲੋਂ ਜਿਹੜੀ ਆ ਮੰਗ ਕੀਤੀ ਗਈ ਹੈ। ਕੈਮਰਾਮੈਨ ਗੁਰਦੇਵ ਦੇ ਨਾਲ ਨਰਿੰਦਰ ਮਹਿੰਦਰੂ, ਜਗਬਾਣੀ TV।